ਮੇਰੇ ਵੱਲੋਂ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਮਨਦੀਪ ਕੌਰ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਹੈਬੋਵਾਲ ਖੁਰਦ ਵਿਖੇ ਅਪੈਰਲ ਦੀ ਵੋਕੇਸ਼ਨਲ ਟ੍ਰੇਨਰ ਹਾਂ। ਪਿਆਰੇ ਬੱਚਿਓ, ਅੱਜ ਮੈਂ ਤੁਹਾਡੇ ਨਾਲ ਡਿਫਰੈਂਟ ਟਾਈਪਸ ਕੰਪੋਨੈਂਟਸ ਦੇ ਬਾਰੇ ਆਫ ਗਾਰਮੈਂਟਸ ਦੇ ਬਾਰੇ ਜਿਹੜੀ ਹੈ ਤੁਹਾਡੇ ਨਾਲ ਗੱਲਬਾਤ ਕਰਾਂਗੀ। ਬੱਚਿਓ ਦੇਖੋ, ਸਭ ਤੋਂ ਪਹਿਲੇ ਤੇ ਆਪਾਂ ਨੈਕ ਲਾਈਨ ਤੇ ਜਾਂਦੇ ਆ। ਨੈਕ ਲਾਈਨ ਜਿਹੜਾ ਹੈ ਸਾਰੇ ਕਾਰਕਾਂ ਦੀ ਜਿਹੜੇ ਇੱਕ ਪੁਸ਼ਾਕ ਬਣਾਉਂਦੇ ਆਪਾਂ, ਉਹ ਸਾਡਾ ਜਿਹੜਾ ਨੈਕ ਹੈ ਉਸ ਦੀ ਡਿਜ਼ਾਈਨ ਦੇ ਹਿਸਾਬ ਨਾਲ, ਉਸ ਦੀ ਸ਼ੇਪਸ ਦੇ ਹਿਸਾਬ ਨਾਲ ਜਿਹੜਾ ਸਾਡੇ ਨੈਕ ਜਿਹੜਾ ਵਧੀਆ ਬਣਦਾ, ਜੋ ਅਸੀਂ ਪੁਸ਼ਾਕ ਜੋ ਕੱਪੜਾ ਅਸੀਂ ਤਿਆਰ ਕਰਦੇ ਡਿਜ਼ਾਈਨ ਬਣਾ ਕੇ, ਉਹ ਜਿਹੜਾ ਹੋਰ ਵੀ ਸੁੰਦਰ ਲੱਗਦਾ ਹੈ। ਨੈਕ ਲਾਈਨ ਦਾ ਇੱਕ ਪੁਆਇੰਟ ਅੱਗੇ ਆ ਰਿਹਾ ਸਾਡੇ ਕੋਲ ਗੋਲ ਗਲਾ। ਆਪਾਂ ਗੋਲ ਗਲੇ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਇਸ ਦੀ ਪੱਟੀ ਜਿਹੜੀ ਹੈ ਗੋਲ ਗਲਾ, ਆਪਾਂ ਪਹਿਲੇ ਸਿੰਪਲ ਜਿਹੜੀ ਆਪਣੀ ਪੁਸ਼ਾਕ ਦੀ ਕਟਿੰਗ ਕਰ ਲੈਣੀ ਉੱਪਰੋਂ ਗੁਲਾਈ ਦੀ ਸ਼ੇਪ ਦੇ ਵਿੱਚ। ਗੁਲਾਈ ਦੀ ਸ਼ੇਪ ਦੀ ਕਟਿੰਗ ਕਰਨ ਤੋਂ ਬਾਅਦ ਆਪਾਂ ਇੱਕ ਪੱਟੀ ਚੌਰਸ ਜਾਂ ਸਿੰਪਲ ਸਿੱਧੀ ਪੱਟੀ ਕੱਟ ਕੇ ਉਸਨੂੰ ਜਿਹੜਾ ਹੈ ਗਲੇ ਕੱਪੜੇ ਦੇ ਕੱਪੜੇ ਦੇ ਉੱਪਰ ਰੱਖ ਕੇ ਪੁੱਠੀ ਸਾਈਡ ਸਿੱਧੀ ਸਾਈਡ ਰੱਖ ਕੇ ਜਿਹੜੀ ਉਸਦੀ ਸਿਲਾਈ ਕਰ ਦੇਣੀ ਹੈ। ਇਸ ਦੇ ਨਾਲ ਸਾਡਾ ਜਿਹੜਾ ਹੈ ਗੋਲ ਗਲਾ ਤਿਆਰ ਹੋਣਾ। ਉਸਨੂੰ ਸਿੱਧਾ ਕਰਨ ਤੋਂ ਬਾਅਦ ਜਿਹੜਾ ਅੰਦਰ ਪੁੱਠੀ ਸਾਈਡ ਨੂੰ ਫੋਲਡ ਕਰਕੇ ਆਪਾਂ ਤਰਪਾਈ ਸਿਲਾਈ ਜਾਂ ਕਿਸੇ ਵੀ ਤਰ੍ਹਾਂ ਕਰ ਸਕਦੇ ਹਾਂ। ਨੈਕਸਟ ਨੰਬਰ ਦੇਖੋ ਬੇਟਾ, ਵੀ ਆਕਾਰ ਦਾ ਗਲਾ। ਵੀ ਆਕਾਰ ਦਾ ਗਲਾ ਜਿਹੜਾ ਕੀ ਹੈ, ਪਹਿਲੇ ਆਪਾਂ ਬੀ ਨਾਮ ਤੋਂ ਹੀ ਜਿਹੜਾ ਪਹਿਚਾਣ ਕਰਦੇ ਹਾਂ ਕਿ ਬੀ ਸ਼ੇਪ ਦਾ ਜਿਹੜਾ ਸਾਡਾ ਨੈਕ ਉਹ ਬਣੇਗਾ। ਇਸ ਦੇ ਵਿੱਚ ਪਹਿਲਾਂ ਆਪਾਂ ਬੀ ਸ਼ੇਪ ਜਾਣਦੇ ਸਾਰੇ ਬੱਚਿਓ, ਤੁਸੀਂ ਬੀ ਸ਼ੇਪ ਦੀ ਕਟਿੰਗ ਕਰਾਂਗੇ। ਕਟਿੰਗ ਕਰਨ ਤੋਂ ਬਾਅਦ ਜਿਹੜਾ ਬੀ ਸ਼ੇਪ ਦੇ ਤਰ੍ਹਾਂ ਦੀ ਇੱਕ ਪੱਟੀ ਤਿਆਰ ਕਰਾਂਗੇ, ਉਸ ਪੱਟੀ ਨੂੰ ਗਲੇ ਦੇ ਉੱਤੇ ਲਗਾਇਆ ਜਾਵੇਗਾ। ਚੌਰਸ ਗਲਾ ਨੰਬਰ 3। ਇਸ ਵਿੱਚ ਵੀ ਉਹ ਪੱਟੀ ਜਿਹੜੇ ਚੌਰਸ ਤਰੀਕੇ ਨਾਲ ਆਪਾਂ ਇਸ ਨੂੰ ਜਿਹੜਾ ਇਹਦੀ ਲਗਾਵਾਂਗੇ। ਇਸ ਦੇ ਗਲੇ ਦੇ ਵਿੱਚ ਕੱਪੜੇ ਦੇ 4 ਹੀ ਖੁੰਝੇ ਕੱਢਾਂਗੇ, ਛੋਟੇ ਛੋਟੇ ਕਿਨਾਰੇ ਕੱਢਣ ਤੋਂ ਬਾਅਦ ਉਹਨਾਂ ਤੇ ਸਿਲਾਈ ਲਗਾ ਕੇ ਇਸ ਗਲੇ ਨੂੰ ਜਿਹੜਾ ਤਿਆਰ ਕਰਾਂਗੇ। ਉਸ ਤੋਂ ਅੱਗੇ ਦੇਖੋ ਬੱਚਿਓ, ਬੋਟ ਆਕਾਰ ਦਾ ਗਲਾ। ਇਹ ਗਲਾ ਜਿਹੜਾ ਹੈ ਸਾਦਾ ਹੀ ਸਿੰਪਲ ਹੀ ਹੁੰਦਾ ਹੈ। ਇਸ ਗਲੇ ਦੇ ਵਿੱਚ ਦੋਨਾਂ ਸਾਈਡ ਅੱਗੇ ਔਰ ਪਿੱਛੇ ਸੇਮ ਤਰ੍ਹਾਂ ਦੀ ਜਿਹੜੀ ਹੈ ਕਟਿੰਗ ਹੋਊਗੀ। ਕਟਿੰਗ ਹੋਣ ਤੋਂ ਬਾਅਦ ਇੱਕ ਬੁਕਰਮ ਦੀ ਪੱਟੀ ਲਗਾਈ ਜਾਊਗੀ ਇਸ ਗਲੇ ਦੇ ਉੱਤੇ। ਬੋਟ ਆਕਾਰ ਦਾ ਗਲਾ। ਅੱਗੇ ਦੇਖੋ ਜੀ, ਜਿਹੜਾ ਗੋਲ ਖੇਡ ਗਲਾ ਹੈ, ਬੈਂਡ ਨੈਕ ਲਾਈਨ। ਇਹ ਜਿਹੜਾ ਕੀ ਹੈ ਸਧਾਰਨ ਸਿੰਪਲ ਹੁੰਦਾ ਹੈ। ਇਸ ਦੇ ਜਿਹੜੇ ਕੀ ਅਲੱਗ-ਅਲੱਗ ਤਰੀਕੇ ਹੁੰਦੇ ਬਣਾਉਣ ਦੇ। ਇੱਕ ਕੱਪੜਾ ਲੈ ਕੇ ਆਪਾਂ ਛੋਟੇ ਛੋਟੇ ਬੈਂਡ ਜਿਹੜੇ ਹੈ ਬਣਾ ਲੈਣੇ ਆ, ਉਹਨਾਂ ਨੂੰ ਜਿਹੜਾ ਇਸ ਉੱਤੇ ਜੋੜ ਦੇਣਾ। ਪਾਈਪਿੰਗ ਵਾਲਾ ਰੀਲ ਵਾਲਾ ਗਲਾ। ਅੱਗੇ ਦੇਖੋ ਬੱਚੇ, ਜਦੋਂ ਵੀ ਕੋਈ ਵੀ ਪੁਸ਼ਾਕ ਬਣਾਉਣੀ ਹੈ, ਕੁਝ ਵੀ ਹੈ, ਜੇਕਰ ਉਸ ਦੇ ਨਾਲ ਦੀ ਕੋਈ ਪੱਟੀ ਜਾਂ ਕੋਈ ਆਪਣੀ ਪੈਂਟ ਸਲਵਾਰ ਜਾਂ ਕੁਝ ਵੀ ਹੈ, ਆਪਾਂ ਉਸ ਤਰ੍ਹਾਂ ਦੀ ਜਿਹੜੀ ਪਾਈਪਿੰਗ ਲਗਾ ਕੇ ਇਸ ਨੂੰ ਬਣਾਵਾਂਗੇ। ਪਾਈਪਿੰਗ ਜਾਂ ਰੀਲ ਦਾ ਔਰਤਾਂ ਕਮੀਜ਼ਾਂ ਕੁੜਤਿਆਂ ਤੇ ਕੱਪੜੇ ਜਿਹੜੇ ਹੈ ਲਗਾਉਂਦੇ ਹੈ, ਔਰਤਾਂ ਵੀ ਲਗਾਉਂਦੀਆਂ ਹੈ। ਬੱਚਿਆਂ ਦੇ ਕੱਪੜਿਆਂ ਤੇ ਵੀ ਜਿਹੜੀ ਇਹ ਪਾਈਪਿੰਗ ਲਗਾਈ ਜਾਂਦੀ ਹੈ, ਜਿਸ ਨਾਲ ਜਿਹੜਾ ਕਿਹਾ ਹੈ ਉਹ ਜਿਹੜੀ ਪੁਸ਼ਾਕ ਉਸਦੀ ਬਹੁਤ ਸਫਾਈ ਆਉਂਦੀ ਹੈ ਔਰ ਬਹੁਤ ਜ਼ਿਆਦਾ ਦੇਖਣ ਨੂੰ ਡੈਕੋਰੇਸ਼ਨ ਜਿਹੀ ਲੱਗ ਰਹੀ ਹੈ। ਉਸ ਨਾਲ ਸਾਡੀ ਪੁਸ਼ਾਕ ਬਹੁਤ ਹੀ ਸੁੰਦਰ ਹੋਵੇਗੀ। ਪਿਆਰੇ ਬੱਚੇ, ਹੁਣ ਮੈਂ ਤੁਹਾਨੂੰ ਦੱਸਿਆ, ਦੇਖੋ ਗੋਲ ਗਲਾ, ਵੀ ਆਕਾਰ ਦਾ ਗਲਾ, ਚੌਰਸ ਗਲਾ, ਬੋਟ ਗਲਾ, ਗੋਲ ਖੇਡ ਗਲਾ, ਪਾਈਪਿੰਗ ਵਾਲਾ ਗਲਾ। ਹੁਣ ਮੈਂ ਤੁਹਾਡੇ ਨਾਲ ਗਲੇ ਬਾਰੇ ਗੱਲਬਾਤ ਕੀਤੀ। ਉਸ ਤੋਂ ਅੱਗੇ ਆਪਾਂ ਚੱਲ ਰਹੇ ਹਾਂ ਕਾਲਰਸ ਬਾਰੇ। ਕਾਲਰ ਵੀ ਦੇਖੋ ਪਿਆਰੇ ਬੱਚਿਓ, ਡਿਫਰੈਂਟ ਤਰੀਕੇ ਦੇ ਜਿਹੜੇ ਤੁਹਾਨੂੰ ਕਾਲਰ ਦੱਸਾਂਗੇ। ਬੱਚਿਆਂ ਦੇ ਕੱਪੜਿਆਂ ਤੇ ਡਿਜ਼ਾਈਨ ਕਰਨ ਲਈ, ਗਲੇ ਨੂੰ ਜਿਹੜਾ ਹੈ ਹੋਰ ਸੁੰਦਰ ਬਣਾਉਣ ਦੇ ਲਈ ਉਸ ਦੇ ਉੱਤੇ ਕਾਲਰ ਹੀ ਫਿੱਟ ਕੀਤਾ ਜਾਂਦਾ, ਕਾਲਰ ਲਗਾਇਆ ਜਾਂਦਾ। ਕਾਲਰ ਬੇਸ਼ੱਕ ਡਿਜ਼ਾਈਨ ਉਹੀ ਰਹਿੰਦੇ, ਪਰ ਫੈਸ਼ਨ ਦੇ ਮੁਤਾਬਕ ਇਸ ਦਾ ਰੂਪ ਜਿਹੜਾ ਹੈ ਬਦਲ ਜਾਂਦਾ। ਡਿਜ਼ਾਈਨ ਉਸੇ ਤਰ੍ਹਾਂ ਆਪਾਂ ਕਟਿੰਗ ਕਰਕੇ ਹੀ ਉੱਪਰ ਲਗਾਉਣਾ, ਸਿਰਫ ਕੀ ਹੈ ਇਸ ਦੀ ਸ਼ੇਪਸ ਦੇ ਵਿੱਚ ਜਿਹੜਾ ਫਰਕ ਆਵੇਗਾ। ਨੰਬਰ 1 ਦੇਖੋ, ਪੀਟਰ ਪੈਨ ਕਾਲਰ। ਇਹ ਕਾਲਰ ਜ਼ਿਆਦਾ ਬੱਚਿਆਂ ਦੇ ਕੱਪੜਿਆਂ ਤੇ ਲਗਾਇਆ ਜਾਂਦਾ ਹੈ। ਇਹ ਕਾਲਰ ਗੁਲਾਈ ਦੇ ਵਿੱਚ ਮੁਕੰਮਲ ਹੁੰਦਾ। ਇਹ ਕਾਲਰ ਜਿਹੜਾ ਹੈ ਬੱਚਿਆਂ ਦੇ ਕੱਪੜਿਆਂ ਤੇ ਲਗਾਇਆ ਜਾਂਦਾ ਔਰ ਗੁਲਾਈ ਸ਼ੇਪ ਦੇ ਵਿੱਚ। ਇਹ ਕਾਲਰ ਜਿਹੜਾ ਹੈ ਪੀਟਰ ਪੈਨ ਦੀ ਮਦਦ ਦੇ ਨਾਲ ਤਿਆਰ ਹੋਇਆ। ਔਰ ਜਿਹੜੇ ਦੇਖੋ ਪਿਕਚਰ ਨੂੰ ਦੇਖੋ ਧਿਆਨ ਨਾਲ, ਪਿਕਚਰ ਨੂੰ ਦੇਖਦੇ ਹੋਏ ਦੇਖੋ, ਗੁਲਾਈ ਦੀ ਸ਼ੇਪ ਦੇ ਵਿੱਚ ਇਸ ਨੂੰ ਆਪਾਂ ਉੱਪਰ ਲਗਾਵਾਂਗੇ। ਨੰਬਰ 2, ਸੇਲਰ ਕਾਲਰ ਜਿਹੜਾ ਹੈ ਕਿਸ਼ਤੀਵਨ ਵਰਦੀ ਤੋਂ ਉਤਸ਼ਾਹਿਤ ਹੋ ਕੇ ਬਣਿਆ ਹੈ। ਇਸ ਦਾ ਅਗਲਾ ਗਲਾ ਨੀਵਾਂ ਔਰ ਪਿਛਲਾ ਜਿਹੜਾ ਗਲਾ ਹੈ ਥੋੜਾ ਜਿਹਾ ਪਿੱਛੇ ਨੂੰ ਵੱਡਾ ਹੋ ਕੇ ਕਾਲਰ ਪਿੱਛੋਂ ਸੈੱਟ ਕੀਤਾ ਜਾਵੇਗਾ। ਨੰਬਰ 3,
ਨੰਬਰ 3 ਦੇਖੋ ਨਹਿਰੂ ਜਾਂ ਚਾਈਨੀਜ਼ ਕਾਲਰ। ਬੱਚਿਓ ਇਹ ਤੁਸੀਂ ਨਾਮ ਤੋਂ ਹੀ ਜਾਣਦੇ ਹੋਗੇ ਕਿ ਨਹਿਰੂ ਜਾਂ ਚਾਈਨੀਜ਼ ਕਾਲਰ। ਇਹ ਕਾਲਰ ਗਲੇ ਦੇ ਨਾਲ ਖੜਵਾ ਲੱਗਦਾ, ਬਿਲਕੁਲ ਐਨ ਗਲੇ ਦੇ ਨਾਲ ਜਿਹੜਾ ਉੱਪਰ ਖੜਵਾ ਲੱਗਦਾ। ਇਸ ਦਾ ਡਿਜ਼ਾਈਨ ਜਿਹੜੀ ਚੌੜਾਈ ਆ ਉਹ ਜਿਹੜਾ ਕੱਪੜੇ ਦੀ ਸ਼ੇਪ ਜਾਂ ਸਰੀਰ ਦੀ ਸ਼ੇਪ ਦੇ ਨਾਲ ਜਿਹੜਾ ਬਣਦੀ ਹੈ, ਕਿੰਨਾ ਕੁ ਮਤਲਬ ਕਿ ਨੈਕ ਹੈ ਬੰਦੇ ਦਾ, ਗਲਾ ਉਸ ਦੇ ਅਕੋਰਡਿੰਗ ਜਿਹੜਾ ਇਹ ਬਣਦਾ ਹੈ। ਇਹ ਬੱਚਿਆਂ ਦੇ ਬਾਲਗਾਂ ਜਿਹੜਾ ਬੱਚਿਆਂ ਦੇ ਕੱਪੜਿਆਂ ਤੇ ਜ਼ਿਆਦਾ ਆਮ ਤੌਰ ਤੇ ਬਣਿਆ ਵਾ ਸਾਨੂੰ ਦੇਖਣ ਨੂੰ ਮਿਲਦਾ। ਨੰਬਰ 4 ਦੇਖੋ ਬਿਸ਼ਪ ਕਾਲਰ। ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਚੱਲਦਾ ਕਿ ਇਹ ਬਿਸ਼ਪ ਕਾਲਰ, ਇਹ ਕਾਲਰ ਜਿਹੜਾ ਹੈ ਡਰੈਸ ਤੇ, ਬਿਸ਼ਪ ਕਾਲਰ ਇਹ ਡਰੈਸ ਤੇ ਬਣਾਇਆ ਜਾਂਦਾ। ਜਿਹੜੀਆਂ ਔਰਤਾਂ ਹੈ ਉਹ ਆਪਣੇ ਫੋਰਨਸ ਜਿਹੜੀਆਂ ਔਰਤਾਂ ਡਰੈਸਾਂ ਦੇ ਉੱਪਰ ਇਹਨਾਂ ਨੂੰ ਬਣਾਉਂਦੇ ਆ। ਔਰ ਇਹ ਡਬਲਿਊ ਸ਼ੇਪ ਦਾ, ਪਿਕਚਰ ਦੇਖੋ ਬੇਟਾ, ਪਿਕਚਰ ਦੇਖਣ ਦੇ ਨਾਲ ਹੀ ਸਾਨੂੰ ਇਸ ਦਾ ਪਤਾ ਚੱਲਦਾ ਕਿ ਡਬਲਿਊ ਸ਼ੇਪ ਦੇ ਵਿੱਚ ਜਿਹੜਾ ਹੈ ਲੱਗਦਾ ਹੈ ਗਲਾ। ਨੰਬਰ 5 ਦੇਖੋ ਰਿਪਲਡ ਆਕਾਰ ਦਾ ਕਾਲਰ। ਇਹ ਕਾਲਰ ਆਮ ਤੌਰ ਤੇ ਕੈਪ ਕਾਲਰ ਵਰਗਾ ਹੁੰਦਾ ਹੈ। ਰਿਪਲ ਇਸ ਦੇ ਜਿਹੜਾ ਕਿਆ ਹੈ ਉੱਪਰ ਪੱਟੀ ਕੱਟ ਕੇ ਕਟਿੰਗ ਕਰਕੇ ਉਸ ਤੋਂ ਬਾਅਦ ਇਹਨੂੰ ਰਿਪਰ ਦੇ ਤੌਰ ਤੇ ਸਿਲਾਈ ਕਰਕੇ, ਜਿਹੜੇ ਕਿ ਨਾਈਟ ਸੂਟ, ਬੱਚਿਆਂ ਦੇ ਨਾਈਟ ਸੂਟ ਦੇ ਲਈ ਵੀ ਇਹ ਜਿਹੜਾ ਰਿਪਰ ਕਾਲਰ ਹੈ ਸਾਡਾ ਇਹ ਯੂਜ਼ ਹੁੰਦਾ ਹੈ। ਸ਼ਾਲ ਕਾਲਰ ਦੀ ਵਰਤੋਂ ਜਿਹੜੀ ਕਿ ਔਰਤਾਂ ਤੇ ਮਰਦਾਂ ਦੀ ਡਰੈਸ, ਜਿਵੇਂ ਔਰਤਾਂ ਗਾਊਨ ਪਾਉਂਦੀਆਂ ਹੈ, ਗਾਊਨ ਦੇ ਵਿੱਚ ਇਹ ਸ਼ਾਲਸ ਕਾਲਰ ਜਿਹੜਾ ਹੈ ਬਣਿਆ ਵਾ ਹੁੰਦਾ ਹੈ। ਉਹਨਾਂ ਦੀ ਜਿਹੜੀ ਉਹਦੀ ਚੌੜਾਈ, ਉਸਦੀ ਗੁਲਾਈ ਜਿਹੜੀ ਇਸ ਦੀ ਡਰੈਸ ਦੀ ਸ਼ੇਪ ਦੇ, ਡਰੈਸ ਦੇ ਹਿਸਾਬ ਦੇ ਨਾਲ ਉੱਪਰੋਂ ਜਿਹੜੀ ਬਣਾਈ ਜਾਂਦੀ ਹੈ। ਸ਼ਰਟਸ ਕਾਲਰ, ਮਰਦਾਂ ਦੀਆਂ ਕਮੀਜ਼ਾਂ ਉੱਪਰ ਇਹ ਕਾਲਰ ਜਿਹੜਾ ਹੈ ਟਾਈ ਲਗਾਉਣ ਦੇ ਲਈ ਜਿਹੜਾ ਉੱਪਰ ਨੂੰ ਬਣਾਇਆ ਜਾਂਦਾ, ਜਿਸ ਦੇ ਵਿੱਚ ਕਿਆ ਉੱਪਰ ਤੱਕ ਬਟਨ ਬੰਦ ਕਰਕੇ ਮਰਦ ਜੋ ਹੈ ਉਹ ਜਿਹੜੀ ਸ਼ਰਟ ਦਾ ਕਾਲਰ ਲਗਾ ਲੈਂਦੇ ਆ। ਕਾਲਰ ਲਗਾਉਣ ਤੋਂ ਬਾਅਦ ਫਿਰ ਜਿਹੜਾ ਆਪਣੇ ਬਟਨ ਨੂੰ ਬੰਦ ਕੀਤਾ ਜਾਂਦਾ ਹੈ। ਬਟਨ ਨੂੰ ਬੰਦ ਕਰਨ ਤੋਂ ਬਾਅਦ ਜਿਹੜਾ ਫਿਰ ਇਹ ਕਾਲਰ ਟਾਈ ਲਗਾਈ ਜਾਂਦੀ ਹੈ। ਇਸ ਟਾਈ ਕਾਲਰ ਕੋਈ ਵੀ ਸਿੱਧੇ ਤਰੀਕੇ ਦੇ ਨਾਲ ਨਹੀਂ ਲਗਾਇਆ ਜਾਂਦਾ। ਉਸ ਦੇ ਨਾਲ ਕਿਆ ਹੈ ਜੈਂਟਸ ਦਾ ਉੱਪਰੋਂ ਗਲਾ ਬਿਲਕੁਲ ਬੰਦ ਹੋਣ ਤੋਂ ਬਾਅਦ ਜਿਹੜਾ ਟਾਈ ਨੂੰ ਸੈੱਟ ਕੀਤਾ ਜਾਂਦਾ। ਫੈਸ਼ਨ ਦੇ ਮੁਤਾਬਕ ਜਿਹੜੀਆਂ ਇਹ ਚੀਜ਼ਾਂ ਹੋਰ ਅੱਗੇ ਵੱਧਦੀਆਂ ਰਹਿੰਦੀਆਂ, ਘਟਦੀਆਂ ਰਹਿੰਦੀਆਂ, ਜਾਂ ਹੋਰ ਤਰੀਕੇ ਦੇ ਨਾਲ ਜਿਹੜੀ ਅੱਗੇ ਚੱਲਦੀਆਂ ਹਨ। ਨੰਬਰ 8 ਦੇਖੋ ਕਨਵਰਟਾਈਲਸ ਕਾਲਰਸ। ਇਹ ਕਾਲਰ ਜਿਹੜਾ ਹੈ ਖੁੱਲਾ ਜਾਂ ਬੰਦ ਦੋਨਾਂ ਤਰ੍ਹਾਂ ਪਾਇਆ ਜਾ ਸਕਦਾ। ਪਿਕਚਰ ਦੇਖੋ, ਇਸ ਨੂੰ ਖੁੱਲਾ ਐਦਾਂ ਵੀ ਖੁੱਲ ਕੇ ਪਾ ਸਕਦੇ, ਨਹੀਂ ਤੇ ਸਾਈਡਾਂ ਤੇ ਨੀਚੇ ਜੋ ਸਾਡੀ ਪੁਸ਼ਾਕ ਬਣੀ ਹੈ ਉਸ ਤੇ ਜਿਹੜੇ ਇਸਦੇ ਖੁੰਝੇ ਹੈ ਸਾਈਡਾਂ, ਉਸਦੇ ਜਿਹੜੇ ਬਟਨ ਲੱਗੇ ਹੋਏ ਆ ਉਸ ਬਟਨ ਨੂੰ ਵੀ ਆਪਾਂ ਖੋਲ ਕੇ ਜਿਹੜਾ ਪਾ ਸਕਦੇ ਹਾਂ। ਫਲੈਟ ਕਾਲਰਸ, ਇਹ ਜਿਹੜਾ ਹੈ ਅਲੱਗ-ਅਲੱਗ ਸ਼ੇਪਸ ਦੇ ਨਾਲ ਆ ਜਾਂਦਾ। ਨੀਚੇ ਨੂੰ ਬਟਨ ਲਗਾ ਕੇ ਕਰ ਦੇਣਾ, ਕੱਪੜਾ ਪੱਟੀ ਲਗਾ ਕੇ ਉਸ ਦੇ ਉੱਤੇ ਬਟਨ ਲਗਾ ਕੇ ਜਿਹੜਾ ਇਹ ਕਾਲਰ ਜਿਹੜਾ ਬਣ ਜਾਂਦਾ। ਕੋਟ ਕਾਲਰ ਤੇ ਆ ਜਾਓ ਬੇਟਾ। ਕੋਟ ਕਾਲਰ ਜਿਹੜਾ ਹੈ ਔਰਤਾਂ ਔਰ ਮਰਦਾਂ ਦੇ ਕੋਟਸ ਤੇ ਹੀ ਜ਼ਿਆਦਾ ਦੇਖਣ ਨੂੰ ਮਿਲਦਾ। ਇਹ ਕਾਲਰ ਕਿਸ ਤਰ੍ਹਾਂ ਦਾ, ਇਸ ਕਾਲਰ ਦੇ ਵਿੱਚ ਇੱਕ ਵੱਡਾ ਹਿੱਸਾ ਨਾ ਡਬਲ ਸ਼ੇਪ ਦੇ ਵਿੱਚ ਜਿਹੜਾ ਇਹ ਕਾਲਰ ਲੱਗਦਾ, ਔਰ ਡਬਲ ਪੱਟੀ ਹੀ ਪਿੱਛੋਂ ਔਰ ਅੱਗਿਓਂ ਤੋਂ ਜਿਹੜੀ ਇਹ ਕਾਲਰ ਦੀ ਲੱਗਦੀ ਹੈ। ਔਰ ਕਾਲਰ ਦੇ ਜਿਹੜੇ ਕੱਟ ਹੁੰਦੇ ਆ ਉਸ ਕੱਟ ਦੇ ਉੱਤੇ ਜਿਹੜਾ ਇਸਦੇ ਬਟਨ ਸੈੱਟ ਕੀਤੇ ਜਾਂਦੇ ਹਨ। ਇਸ ਤਰ੍ਹਾਂ ਕਈ ਹੋਰ ਬੇਟਾ ਕਾਲਰ ਡਿਜ਼ਾਈਨ ਅੱਗੇ ਚੱਲ ਰਹੇ ਹੈ, ਜਿਨ੍ਹਾਂ ਬਾਰੇ ਮੈਂ ਤੁਹਾਨੂੰ ਦੱਸਿਆ। ਉਸ ਤੋਂ ਹੋਰ ਵੀ ਬਹੁਤ ਸਾਰੇ ਜਿਹੜੇ ਡਿਜ਼ਾਈਨ ਹੈ ਸਾਡੇ ਕਾਲਰਸ ਦੇ ਉਹ ਚੱਲ ਰਹੇ ਹੈ, ਪਰ ਫਿਲਹਾਲ ਆਪਾਂ ਇਹਨਾਂ ਬਾਰੇ ਪੂਰੀ ਜਾਣਕਾਰੀ ਲੈਂਦੇ ਹਾਂ। ਤੇ ਅੱਗੇ ਦੇਖੋ ਬੇਟਾ, ਇਹ ਡਿਜ਼ਾਈਨ ਦੇ ਹਿਸਾਬ ਨਾਲ ਅੱਗੇ ਹੋਰ ਚੱਲਦੇ ਰਹਿੰਦੇ ਹੈ। ਜਿਵੇਂ ਡਿਜ਼ਾਈਨ ਬਦਲਦਾ ਉਸੇ ਤਰ੍ਹਾਂ ਜਿਹੜੇ ਕਾਲਰ ਦਾ ਸ਼ੇਪਸ ਜਿਹੜੀਆਂ ਉਹ ਚੇਂਜ ਹੁੰਦੀਆਂ ਨੇ ਫੈਸ਼ਨ ਦੇ ਹਿਸਾਬ ਨਾਲ, ਜੋ ਸਾਰਾ ਕੁਝ ਚੱਲਦਾ ਹੈ। ਅੱਗੇ ਚੱਲਦੇ ਆਪਾਂ ਸਲੀਵਸ, ਬਾਜੂ ਤੇ ਚੱਲੀਏ। ਫੈਸ਼ਨ ਦੇ ਦੌਰ ਦੇ ਵਿੱਚ ਚੱਲਦੇ ਹਾਂ, ਸਲੀਵਸ ਵੀ ਅਲੱਗ-ਅਲੱਗ ਤਰੀਕੇ ਦੀਆਂ ਬਣਦੀਆਂ, ਜਿਸ ਦੇ ਨਾਲ ਸਾਡੀ ਡਰੈਸ ਹੈ ਜਿਹੜੀ ਕਾਫੀ ਸੁੰਦਰ ਲੱਗਦੀ ਹੈ। ਉਸ ਨਾਲ ਥੋੜੀ ਡਰੈਸ ਦੀ ਡਿਜ਼ਾਈਨ ਜਿਹੜਾ ਅਲੱਗ ਬਣ ਕੇ ਇੱਕ ਹੋਰ ਸ਼ੇਪ, ਇੱਕ ਹੋਰ ਰੂਪ ਧਾਰ ਲੈਂਦੀ ਸਾਡੀ ਡਰੈਸ, ਕਿ ਕਿਹੜੇ ਤਰੀਕੇ ਨਾਲ ਜਿਹੜੀ ਇਹ ਡਰੈਸ ਸਾਡੀ ਬਣਦੀ ਹੈ। ਦੇਖੋ ਬੇਟਾ, ਸਾਦੀ ਸਲੀਵਸ, ਜਿਹੜੀ ਸਾਦੀ ਸਲੀਵ ਹੈ ਇਹ ਬਿਨਾਂ ਚੌੜਾਂ ਤੋਂ ਹੁੰਦੀ ਹੈ। ਸਿੰਪਲ ਇਸ ਦੀ ਕਟਿੰਗ ਕਰਨ ਤੋਂ ਬਾਅਦ, ਜਿਵੇਂ ਆਪਾਂ ਗਲਾਈ ਸ਼ੇਪ ਦੇ ਵਿੱਚ ਇਸ ਦੀ ਕਟਿੰਗ ਕਰੀ, ਹਾਫ ਪਾਣੀ ਹੈ, ਹਾਫ ਜਿਹੜੀ ਸਲੀਵਸ ਹੈ ਕੋਈ ਹਾਫ ਜਾਂ ਫੁੱਲ ਪਾਣੀ, ਤਾਂ ਸਿੰਪਲ ਕਟਿੰਗ ਕਰਨ ਤੋਂ ਬਾਅਦ ਇਸ ਨੂੰ ਜਿਹੜੀ ਹੈ ਆਪਣੀ ਕਮੀਜ਼ ਦੇ ਨਾਲ ਜਿਹੜਾ ਅਟੈਚ ਕਰ ਦਿੱਤਾ ਜਾਂਦਾ ਹੈ। ਅੱਗੇ ਦੇਖੋ ਪਫ ਸਲੀਵਸ। ਪਫ ਸਲੀਵਸ ਦੀ ਪਿਕਚਰ ਵੀ ਦੇਖੋ। ਪਫ ਸਲੀਵਸ ਜਿਹੜੀ ਹੈ ਇਹ ਕੈਪ ਦੇ ਉੱਪਰ ਚੌੜਾਂ ਨਾਲ ਫਲਾਵਰ ਬਣਾਉਂਦੀ ਹੈ। ਕੈਪ ਦੇ ਉੱਪਰ
ਚੌਣਾ ਨਾਲ ਕਿਸ ਤਰ੍ਹਾਂ ਜਦੋਂ ਆਪਾਂ ਇਸ ਨੂੰ ਅਟੈਚ ਕਰਦੇ ਹਾਂ ਤਾਂ ਪਹਿਲੇ ਚੌਣਾ ਪਾਈਆਂ ਜਾਂਦੀਆਂ, ਜਿਹੜੀ ਚੌਣਾ ਪਾਈਆਂ ਜਾਂਦੀਆਂ ਹੈ ਉਸ ਚੌਣਾ ਦੇ ਨਾਲ ਇਹ ਥੋੜਾ ਉੱਪਰ ਨੂੰ ਜਿਹੜੇ ਹੈ ਫੁੱਲਵੀਂ ਰਹਿੰਦੀ ਹੈ। ਫੁੱਲ ਦੇ ਨਾਲ ਜਿਹੜੀ ਇਸ ਦੀ ਸਲੀਵਸ ਦੀ ਸ਼ੇਪਸ ਜਿਹੜੀ ਹੈ ਉਹ ਅਲੱਗ ਹੀ ਜਿਹੜੀ ਸਾਹਮਣੇ ਆਉਂਦੀ ਹੈ। ਇਹ ਜ਼ਿਆਦਾ ਕਰਕੇ ਸਲੀਵਸ ਬੱਚਿਆਂ ਦੀ ਫਰੋਕਸ ਦੇ ਉੱਤੇ ਲਗਾਈਆਂ ਜਾਂਦੀਆਂ ਹੈ। ਔਰਤਾਂ ਦੇ ਕੱਪੜਿਆਂ 'ਤੇ ਬਣਾਈ ਜਾਂਦੀ, ਪਰ ਬੱਚਿਆਂ ਦੀ ਫਰਾਕਸ ਵਗੈਰਾ 'ਤੇ ਜ਼ਿਆਦਾ ਹੁੰਦੀਆਂ। ਲੋਗ ਐਂਡ ਮਟਲ ਸਲੀਵਸ, ਲੋਗ ਐਂਡ ਮਟਲ ਸਲੀਵਸ ਜਿਹੜੀ ਹੈ ਇਹ ਪੌਣੀ ਬਾਂਹ ਦੀ ਹੁੰਦੀ ਹੈ। ਇਸ ਨੂੰ ਨਾ ਫੁੱਲ ਹੁੰਦੀ ਨਾ ਹਾਫ, ਉਸ ਤੋਂ ਥੋੜਾ ਸੈਂਟਰ ਦੇ ਵਿੱਚ ਪੌਣੀ ਬਾਜੂ ਦੀ ਹੁੰਦੀ ਹੈ ਔਰ ਇਸ ਦੇ ਉੱਪਰ ਜਿਹੜੀਆਂ ਹੈ ਚੌਣਾ ਪਾਈਆਂ ਜਾਂਦੀਆਂ। ਚੌਣਾ ਦੇ ਨਾਲ ਜਿਹੜਾ ਕੀ ਹੈ ਫਿਰ ਜਿਹੜੀ ਉੱਪਰੋਂ ਫਲਾਵਰਸ ਦੇ ਤੌਰ ਤੇ ਜਿਹੜੀ ਸਾਨੂੰ ਠੀਕ ਲੱਗਦੀ ਔਰ ਨੀਚੇ ਬਾਜੂ ਦੇ ਕੋਲ ਆ ਕੇ ਗੁੱਟ ਦੇ ਉੱਪਰ ਨੂੰ ਆ ਕੇ ਇਸ ਨੂੰ ਬੰਦ ਕੀਤਾ ਜਾਂਦਾ ਹੈ। ਨੰਬਰ 4 ਕੈਪ ਸਲੀਵਸ। ਕੈਪ ਸਲੀਵਸ ਜਿਹੜੀ ਹੈ ਗਾਊਨ ਜਾਂ ਬਲਾਊਜ਼ ਦੇ ਹੀ ਡਿਜ਼ਾਈਨ ਕੀਤੀ ਜਾਂਦੀ ਹੈ। ਜਿਹੜੇ ਗਾਊਨਸ ਪਾਉਂਦੇ ਆ ਜਾਂ ਬਲਾਊਜ਼ ਲੇਡੀਜ਼ ਸਾੜੀਜ਼ ਵਗੈਰਾ ਦੇ ਨਾਲ ਪਾਉਂਦੇ ਆ ਕਿਸੇ ਵੀ, ਤੇ ਉਸ ਦੇ ਨਾਲ ਜਿਹੜੀ ਇਹ ਸਲੀਵਸ ਜੋੜੀ ਜਾਂਦੀ ਹੈ। ਮੋਢੇ ਤੇ ਕਫ ਦੇ ਨਾਲ ਸਿਰਫ ਇਹ ਛੋਟੇ ਜਿਹੇ ਤਰੀਕੇ ਦੇ ਨਾਲ ਇੱਕ ਹੀ ਛੋਟੀ ਜਿਹੀ ਬਾਜੂ ਬਣਾ ਕੇ ਅਟੈਚ ਕੀਤੀ ਜਾਂਦੀ ਹੈ। ਬਿਸ਼ਪ ਸਲੀਵਸ ਜਿਹੜੀ ਇਹ ਸਲੀਵਸ ਹੈ ਇਹ ਲੰਬੀ ਪੌਣੀ ਜਾਂ ਲੰਬੀ ਡਿਜ਼ਾਈਨ ਦੇ ਤੌਰ ਤੇ ਬਣਦੀ ਹੈ। ਲੰਬੀ ਕਰਕੇ ਇਸ ਨੂੰ ਫਿਰ ਨੀਚੇ ਥੋੜਾ ਫਰੰਟ ਕੋਲ ਤੋਂ ਖੁੱਲੇ ਦੇ ਤੌਰ ਤੇ ਬਣਾਇਆ ਜਾਂਦਾ ਹੈ। ਬੈਲ ਸਲੀਵਸ, ਬੈਲ ਸਲੀਵਸ ਹੈ, ਬੈਲ ਸਲੀਵਸ ਮੋਰਿਓਂ ਉੱਪਰੋਂ ਮੋਢੇ ਦੇ ਕੋਲ ਤੋਂ ਘੁੱਟਵੀਂ ਔਰ ਨੀਚੇ ਆਪਾਂ ਪੌਣੀ ਰੱਖਣੀ ਜਾਂ ਅੱਧੀ ਰੱਖਣੀ ਕਿਸੇ ਵੀ ਕਿਸਮ ਦੀ ਕੂਣੀ ਦੇ ਕੋਲ ਤੋਂ ਜਿਹੜੀ ਇਹ ਥੋੜੀ ਜੀ ਖੁੱਲੀ ਰੱਖੀ ਜਾਂਦੀ ਹੈ। ਕਾਊਨ ਸਲੀਵਸ ਤੇ ਆ ਜਾਓ ਜੀ। ਕਾਊਨ ਸਲੀਵਸ, ਕਾਊਨ ਸਲੀਵਸ ਜਿਹੜੀ ਹੈ ਇਸ ਦੇ ਉੱਪਰ ਬਾਂਹ ਦੇ ਹੇਠਲੇ ਹਿੱਸੇ ਡ੍ਰੈਪ ਬਿਲਕੁਲ ਨੀਚੇ ਤੱਕ ਬੰਦ ਔਰ ਉੱਪਰੋਂ ਫਰੰਟ ਤੋਂ ਡੰਗਾਈ ਦੇ ਵਿੱਚ ਇਸ ਦਾ ਡਿਜ਼ਾਈਨ ਕੀਤਾ ਜਾਂਦਾ ਹੈ। ਕਾਮਨ ਸਲੀਵਸ, ਕਾਮਨ ਸਲੀਵਸ ਜਿਹੜੀ ਹੈ ਮੋਢੇ ਤੋਂ ਵੀ ਵੱਧ ਹੀ ਖੁੱਲੀ ਹੁੰਦੀ ਹੈ, ਉੱਪਰ ਤੋਂ ਖੁੱਲੀ ਬਿਲਕੁਲ ਔਰ ਨੀਚੇ ਤੋਂ ਜਿਹੜੀ ਇਸ ਨੂੰ ਬੰਦ ਕੀਤਾ ਜਾਂਦਾ ਹੈ। ਇਹ ਸਲੀਵਸ ਲੇਡੀਜ਼ ਟੌਪ ਬਲਾਊਜ਼ ਜੈਕਟ ਦੇ ਉੱਤੇ ਜਿਹੜੀ ਹੈ ਸੈੱਟ ਹੁੰਦੀ ਹੈ। ਰੈਗਲਾਕ ਸਲੀਵਸ, ਰੈਗਲਾਕ ਸਲੀਵਸ ਨੂੰ ਬਣਾਉਣ ਵੇਲੇ ਬਾਂਹ ਦੀ ਜਿਹੜੀ ਹੈ ਕਟਿੰਗ ਗੁਲਾਈ ਦੇ ਵਿੱਚ ਨਹੀਂ ਕੀਤੀ ਜਾਂਦੀ। ਇਸ ਸਲੀਵਸ ਨੂੰ ਆਪਾਂ ਮੋਢੇ ਦੇ ਨਾਲ ਅਟੈਚ ਨਹੀਂ ਕਰਨਾ। ਇਹ ਜਿਹੜੀ ਸਲੀਵਸ ਹੈ ਸਿਰਫ ਉੱਪਰ ਗਲੇ ਦੀ ਪੱਟੀ ਦੇ ਕੋਲ, ਗਲੇ ਦੇ ਕੋਲ ਜਿਹੜੀ ਹੈ ਅਟੈਚ ਕਰਨ ਤੋਂ ਬਾਅਦ ਜਿਹੜੀ ਬਣਦੀ ਹੈ। ਇਹ ਸਲੀਵਸ ਬੱਚਿਆਂ ਦੀ ਵਧੀਆ ਰਹਿੰਦੀ ਹੈ ਕਿਉਂਕਿ ਬੱਚਿਆਂ ਦੇ ਨੀਚੇ ਤੋਂ ਨਹੀਂ ਘੁੱਟਣ ਮਹਿਸੂਸ ਨਹੀਂ ਹੁੰਦੀ ਔਰ ਸਿੰਪਲ ਸਿੱਧੀ ਜਿਹੜੀ ਇਸ ਦੀ ਖੁੱਲੀ ਸ਼ੇਪ ਦੇ ਵਿੱਚ ਇਹ ਹੁੰਦੀ ਹੈ। ਅਤੇ ਜਿਹੜੀ ਬੱਚਿਆਂ ਦੇ ਲਈ ਸਲੀਵਸ ਹੈ ਇਹ ਪਾਉਣ ਦੇ ਲਈ ਬਹੁਤ ਸੌਖੀ ਹੁੰਦੀ ਹੈ। ਅੱਗੇ ਦੇਖੋ ਬੇਟਾ, ਡੋਲਮਨ ਸਲੀਵਸ ਔਰਤਾਂ ਦੀਆਂ ਜਿਹੜੀਆਂ ਕੁੜਤੀਆਂ ਹੁੰਦੀਆਂ ਹੈ ਉਸ ਤੇ ਇਸ ਦਾ ਡਿਜ਼ਾਈਨ ਕੀਤਾ ਜਾਂਦਾ ਹੈ ਔਰ ਇਸ ਸਲੀਵਸ ਨੂੰ ਸ਼ੇਪਸ ਦੇ ਵਿੱਚ ਦੇਖੋ ਸਿਰਫ ਆਪਾਂ ਕਿੱਥੇ ਅਟੈਚ ਕਰਦੇ ਹਾਂ ਕਮਰ ਦੇ ਕੋਲ ਤੇ, ਕਮਰ ਦੇ ਕੋਲ ਤੇ ਇਸ ਨੂੰ ਡਿਜ਼ਾਈਨ ਕਰਕੇ ਆਪਾਂ ਉੱਪਰੋਂ ਇੱਕ ਕਮਰ ਦੇ ਕੋਲ ਤੋਂ ਅਟੈਚ ਕਰਕੇ ਜਿਹੜਾ ਇਸ ਨੂੰ ਇੱਕ ਖੁੱਲੀ ਡਿਜ਼ਾਈਨਰ ਬਾਂਹ ਬਣਾਈ ਜਾਂਦੀ ਹੈ ਔਰ ਇਸ ਦੇ ਅੱਗੇ ਇੱਕ ਕੱਟ ਲਾ ਕੇ ਆਪਾਂ ਉਸ ਨੂੰ ਡਿਜ਼ਾਈਨ ਬਣਾ ਦਿੰਦੇ ਹਾਂ। ਅੱਗੇ ਦੇਖੋ ਜੀ, ਡ੍ਰੌਪ ਸ਼ੋਲਡਰਸ ਮਸ਼ੀਨਸ ਸਲੀਵਸ, ਜਿਹੜੀ ਇਹ ਸਲੀਵਸ ਹੈ ਇਹ ਡ੍ਰੌਪ ਸ਼ੋਲਡਰਸ ਕਿੱਦਾਂ ਉੱਪਰੋਂ ਜਿਹੜਾ ਇਸ ਨੂੰ ਰੋਜ਼ਾਨਾ ਜਿਹੜੇ ਖਾਸ ਮੌਕੇ ਬੱਚਿਆਂ ਦੇ ਕੰਮ ਕਰਦੇ ਆ ਕੋਈ ਵੀ ਕੱਪੜਿਆਂ ਦੇ ਉੱਪਰ ਦੇਖਣ ਨੂੰ ਮਿਲਦੀ ਹੈ ਕਿ ਜਿਵੇਂ ਬਾਜੂ ਸਲੀਵਸ ਇੱਕ ਲਗਾ ਕੇ ਉਸ ਦੇ ਉੱਪਰ ਕੋਈ ਵੀ ਕਿਸੇ ਤਰ੍ਹਾਂ ਦੀ ਸਿੰਪਲ ਸੀ ਡ੍ਰੌਪਸ ਦੇ ਤਰੀਕੇ ਨਾਲ ਜਿਹੜੀ ਇੱਕ ਪੱਟੀ ਅਟੈਚ ਕੀਤੀ ਜਾਂਦੀ ਹੈ। ਬੇਟਾ ਦੇਖੋ, ਸਲੀਵਸ ਦੇ ਬਾਰੇ ਸਾਡੀ ਗੱਲਬਾਤ ਚੱਲ ਰਹੀ ਹੈ। ਸਲੀਵਸ ਜਿਹੜੀ ਸਾਡੀ ਤੁਹਾਨੂੰ ਮੈਂ ਦੱਸਿਆ, ਉਸ ਤੋਂ ਅੱਗੇ ਆ ਜਾਓ ਬੇਟਾ ਕਫ। ਸਲੀਵਸ ਦੀ ਜਿਹੜੀ ਮੋਰੀ ਨੂੰ ਕਫ ਲਗਾ ਕੇ ਸਲੀਵਸ ਦਾ ਬਣ ਗਈ ਸਾਡੀ। ਸਲੀਵਸ ਤੋਂ ਅੱਗੇ ਜਿਹੜੀ ਮੋਰੀ ਹੈ ਜਿੱਥੇ ਆਪਾਂ ਬੰਦ ਕਰਦੇ ਹਾਂ ਉਸ ਤੇ ਕਫ ਕਿਸ ਤਰ੍ਹਾਂ ਲਗਾਣੇ ਹੈ, ਉਸ ਦੇ ਨਾਲ ਸਾਡੀ ਜਿਹੜੀ ਪੁਸ਼ਾਕ ਆਪਾਂ ਬਣਾ ਰਹੇ ਹਾਂ ਹੋਰ ਵੀ ਸੁੰਦਰ, ਹੋਰ ਵੀ ਵਧੀਆ ਜਿਹੜੀ ਤਰੀਕੇ ਨਾਲ ਬਣ ਕੇ ਸਾਡੇ ਸਾਹਮਣੇ ਆਉਂਦੀ ਹੈ। ਇਹ ਜਿਹੜਾ ਕਿਹਾ ਹੈ ਫੈਸ਼ਨ ਦਾ ਯੁੱਗ ਚੱਲ ਰਿਹਾ ਹੈ। ਫੈਸ਼ਨ ਦੇ ਯੁੱਗ ਦੇ ਵਿੱਚ ਬਦਲਦਾ ਰਹਿੰਦਾ ਹੈ। ਕਦੇ ਤਿਰਛੀ, ਚੌੜਾ, ਬੰਦ, ਬਟਨ ਵਾਲੀ ਅਲੱਗ-ਅਲੱਗ ਤਰੀਕੇ ਦੇ ਜਿਹੜੇ ਕਫਸ ਆ ਰਹੇ ਹੈ। ਮੈਂ ਤੁਹਾਨੂੰ ਇੱਥੇ ਕੁਝ ਕਫ ਬਾਰੇ ਗੱਲਬਾਤ ਕਰਾਂਗੀ ਤੁਹਾਡੇ ਨਾਲ। ਕਫ ਦੇਖੋ, ਪਹਿਲੇ ਨੰਬਰ ਤੇ ਬੈੱਡ। ਕਫ ਬਣਾਉਣ ਲਈ ਬੈੱਡ ਦੀ ਵਰਤੋਂ ਕੀਤੀ ਜਾਂਦੀ ਹੈ। ਕਿਵੇਂ? ਕਿ ਜਿਹੜਾ ਸਲੀਵਸ ਹੈ ਉਸ ਦੇ
नीचे जो कफ बनाए ना नीचे उस ते आपां एक पट्टी सिंपल कोई भी किसी तरह की पाइपिंग वाली पट्टी या कोई सिंपल कपड़े की जिस तरह की अपनी पैंट होवे उस तरह की जिहड़ी पट्टी बना के ये जिहड़ा बैड कफ इसनूं बैड कफ बोलांगे ये बनाई जाती है। नंबर 2 शेप वाली बैड। शेप वाली बैड दे विच डिज़ाइन करन दे लई सानू तिकोणी गुलाई जां चौरस जां कोई दिल दी शेप दे विच जिहड़ी कफ बना के असीं जिहड़ा उपर लगावांगे कफ वाली जगह ते। इस दी शेप बटन पट्टी वाली कफ। बटन पट्टी वाली वेखो जी पहले स्लीव साडी लगी है पिक्चर देखो ध्यान नाल। जदों नीचे कफ कोल आंदे आपां जिथे साडे बाजू दे गुੱਟ दे कोलों बंद हुंदी है उत्थे जिहड़ी अलग-अलग तरह दे बटन किसी कलर्स दे ਜਾਂ सूट्स नाल दे ड्रैस नाल दे किसी भी तरह जिहड़े कलर दे बटन जिहड़े लगाए जाते हैं। इलास्टिक वाली कफ। इलास्टिक वाली कफ देखो जी नीचे जदों आपां कफ साडी बंद हुंदी उत्ते की है इलास्टिक कपड़े नूं फोल्ड करके विच इलास्टिक पा के साइडां ते थोड़ी जी लंबी एक बद्दरी छड़ दित्ती जांदी जिस दे नाल उसनूं बन के जां उस इलास्टिक नूं खिच के जिहड़ी साडी कफ बनदी है। ਜਾਂ इस तरह भी हो सकता कि आपां सिरी सिंपल मोरे इलास्टिक पाती सारे कफ दे विच और इदी बाजू पा लो उसने साडे बाजू दे विच अपने आप सैट होके उत्थे जिहड़ा है बंद हो जाना। अगे देखो बेटा डोरी वाली कफ। डोरी वाली कफ दे विच आपां पावांगे कि एक डोरी लंबी जी बना के उसनूं उहदे विच पा के कफ दे विच फोल्ड करके फिर साइडां तो खिच के उसनूं जिहड़ा है बन दिता जाऊगा। उस नाल साडी ड्रैस जिहड़ी ड्रैस दी लुक है होर भी जिहड़ी वधिया तरीके नाल साडे अगे आवेगी। पाइपिंग वाली कफ ते आ जाओ जी। पाइपिंग वाली गले की गल कीती पहले फिर पाइपिंग वाले कफ ते आ गए आपां। पाइपिंग वाले कफ दी जिस तरह असीं कह रहे हैं कि साडा गला जिहड़ा बनया पाइपिंग लगी हुई कितना सुंदर लगेगी पोशाक साडी कि अलग तरीके नाल थोड़ी दिख रही साडे सामने। ऐसी तरह जिहड़ी पाइपिंग वाली कफ है इनू भी आपां इस तरह करांगे कि जिस तरह साडी पैंट कोई प्लाजो कुछ भी है उस तरह की जिहड़ी है आपां पाइपिंग जां उस तरह का कपड़ा कढ़ के जिहड़ा अगे कफ ते लगा लेना और बंद कर देनी। उहदे नाल साडी ड्रैस पोशाक बहुत ही डेकोरेशन तरीके नाल हो जाएगी। अगे बच्चों आपां चलदे हां जेब जेब बारे गल करांगे पॉकेट्स बारे। पॉकेट्स जिहड़ियां वख-वख तरीके दीयां पहले भी गल कर चुके हैं कि फैशन के हिसाब नाल रिवाज के हिसाब नाल जिहड़ियां है डिज़ाइन चल रहे हैं कुछ बड़ा कोई छोटा कोई चौड़ा कोई गोल कोई किसी भी शेप का। और हुण आपां पॉकेट्स बारे भी तुहाडे नाल गलबात करिए। पॉकेट्स बेटा पेज पॉकेट्स पॉकेट्स जिहड़ियां अलग अलग तरीके दीयां बहुत पॉकेट्स है। पेज पॉकेट्स बारे आपां गल करांगे। पेज पॉकेट्स जिहड़ी है गारमेंट टॉप जिहड़े स्टिच किए जाते हैं गारमेंट के कपड़े उस ते लगाई जाती। सिर्फ ये जिहड़ी पॉकेट है इस दे 3 साइडां तो सिलाई लगेगी 2 साइडां तो सीधी सिलाई और नीचे इसनूं आपां एक शेप दे दांगे बी शेप तिकोणी शेप कुछ भी किसी भी तरह की आपां शेप दे के इसनूं सिलाई करांगे और उपरों ये जिहड़ी पॉकेट्स है खुली रहूगी। क्यों खुली रहूगी क्योंकि आपां पॉकेट दे विच पैसे कुछ भी रखना तो पॉकेट दे विच उपरों पावांगे और नीचे बिल्कुल पॉकेट साडी बंद हो जाएगी। अगे आओ बेटा क्रॉस पॉकेट। क्रॉस पॉकेट क्रॉस पॉकेट जिहड़ी शर्टां दियां पैंटां ते ज़्यादा करके जेंट्स दी पैंट ते लगी जाती है। क्रॉस पॉकेट एक क्रॉस की तरह बैल्ट तो कमर तो बैल्ट के हेठली सिलाई दे नाल जिहड़ी है लगदी है। कुर्ता पॉकेट आम तौर पर देखने को मिलता कि अलग अलग तरह के कुर्ते होंगे आ। कुर्तियां ते हर एक कुर्ते ते लेडीज़ कुर्ता जेंट्स कुर्ता पॉकेट लगी दिखाई दिंदी सानू। कुर्ता पॉकेट दे विच सिंपल सिलाई आपां एक तिकोना कपड़ा कट के उसनूं कुर्ते दे अंदरली साइड जिहड़ा अटैच कर देना। इस तरह साडी जिहड़ी है कुर्ता पॉकेट लगनी है। स्लिट पॉकेट्स स्लिट पॉकेट्स ये जेब की कोई भी सिउण वाली नज़र नहीं आती। इसकी कोई भी सीन जिहड़ी नज़र नहीं आती। जदों आपां पैंट साडी बनी हुंदी है उसदे अंदर बाहर दिखाई दिंदी है उसदे बाहर एक चौरस तरीके दे नाल आपां इसनूं सिल लैंदे हां। जिथे अटैच करनी उत्थे रख के उहदे 3 साइडां तो 3 ही साइडां तो जिहड़ी है सिलाई करदे हां।
ਫਲੈਪ ਪॉकेट्स ਇਹ ਸਟਿਲ ਪॉकेट ਦੀ ਹੁੰਦੀ ਹੈ ਜਿਸ ਨੂੰ 2 ਇੰਚ ਦੇ ਕੱਪੜੇ ਦੀ ਪੱਟੀ ਲੱਗਦੀ। ਸਿਰਫ ਕਿ ਇਸ ਨੂੰ 2 ਇੰਚ ਦਾ ਕੱਪੜਾ ਕੱਟ ਕੇ ਜਿਹੜੀ ਇਸ ਤੇ ਪੱਟੀ ਲੱਗ ਜਾਣੀ ਆ। ਅੱਗੇ ਬੇਟਾ ਦੇਖੋ ਖੁੱਲੀ ਪੱਟੀ ਵਾਲੇ ਸਧਾਰਨ ਖੁੱਲੀ ਪੱਟੀ ਅੱਗੇ ਤੇ ਕਾਫੀ ਹੋਰ ਪॉकेट्स ਦੇ ਭਾਗ ਹੈ। ਇੱਕ ਟਾਂਕੇ ਵਾਲੀ ਪੱਟੀ ਚੱਲ ਰਹੀ ਹੈ, 2 ਟਾਂਕਿਆਂ ਵਾਲੀ ਪੱਟੀ। ਜਿਵੇਂ ਕਿ ਆ ਦੇਖੋ ਇੱਕ ਟਾਂਕੇ ਵਾਲੀ ਪੱਟੀ ਹੈ, ਇਹ ਸਿੰਪਲ ਚੌਰਸ ਤਰੀਕੇ ਨਾਲ ਆਪਾਂ ਕੱਟ ਕੇ ਇਸ ਨੂੰ ਸਿਰਫ ਸਾਈਡਾਂ ਤੋਂ ਜਿਹੜੀ ਸਿਲਾਈ ਕਰਨ ਦੇ ਨਾਲ ਸਾਡੀ ਜਿਹੜੀ ਹੈ ਇੱਕ ਟਾਂਕੇ ਵਾਲੀ ਜਿਹੜੀ ਪੱਟੀ ਬਣਦੀ ਹੈ। ਅੱਗੇ ਆ ਜਾਓ ਬੇਟਾ ਜੋਕਸ ਦੇ ਬਾਰੇ। ਪੁਸ਼ਾਕਾਂ ਦੀ ਹੋਰ ਖੂਬਸੂਰਤੀ ਦੇ ਲਈ, ਹੋਰ ਸੁੰਦਰ ਬਣਾਉਣ ਦੇ ਲਈ ਯੋਕਸ ਵੀ ਲਗਾਏ ਜਾਂਦੇ ਹੈ। ਜੋਕ ਦੀ ਵਰਤੋਂ ਜਿਹੜੀ ਹੈ ਗਾਰਮੈਂਟਸ ਦੇ ਵਿੱਚ ਹੁੰਦੀ ਹੈ, ਜਿਸ ਦੇ ਨਾਲ ਕਾਫੀ ਸਜਾਵਟੀ ਤੌਰ ਤੇ ਲੈਸਾਂ ਤੇ ਖੁੱਲਾ ਕੰਮ ਕਰਨ ਦੀ ਜਿਹੜੀ ਹੈ ਪਾਈਪਿੰਗਾਂ ਕਿਸੇ ਵੀ ਤਰੀਕੇ ਦੀਆਂ ਲਗਾਈਆਂ ਜਾਂਦੀਆਂ। ਹੁਣ ਦੇਖੋ ਸਿੱਧਾ ਜੋਕਸ, ਇਹ ਜੋਕ ਜਿਹੜਾ ਆਇਤਾਕਾਰ ਸ਼ੇਪ 'ਚ ਵੀ ਹੋ ਸਕਦਾ, ਸਿੱਧਾ ਸਿੰਪਲ ਵੀ ਹੋ ਸਕਦਾ। ਸਿਰਫ ਕਿ ਇਸ ਦੀ ਡੂੰਘਾਈ ਸ਼ੇਪਸ ਜਿਹੜੀ ਹੈ ਉਹ ਪੋਸ਼ਾਕ ਦੀ ਫਿਟਿੰਗ ਦੇ ਹਿਸਾਬ ਨਾਲ ਹੋਵੇਗੀ। ਗੋਲ ਜੋਕਸ ਆ ਜੋ ਆਮ ਤੌਰ ਤੇ ਇਹ ਜੋਕਸ ਜਿਹੜਾ ਹੈ ਬੱਚਿਆਂ ਦੀਆਂ ਫਰਾਕਾਂ ਅਤੇ ਔਰਤਾਂ ਦੇ ਨਾਈਟੀਆਂ ਦੇ ਜਿਹੜੀ ਗਾਊਨ ਉੱਪਰ ਜਿਹੜੀ ਇਹ ਬਣਦੀ ਹੈ। ਪਿਕਚਰ ਦੇ ਵਿੱਚ ਬੇਟਾ ਸਾਨੂੰ ਦੇਖਣ ਨੂੰ ਹੈ ਬਿਲਕੁਲ ਸਾਫ਼ ਦਿਖ ਰਿਹਾ ਹੈ ਸਾਹਮਣੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਜੋਕਸ ਜਿਹੜਾ ਬਣਾਇਆ ਜੋਕ। ਰਾਊਂਡ ਜੋਕ ਜੋ ਹੈ ਇਹ ਬਾਂਹ ਦੀ ਡੂੰਘਾਈ ਵਾਲੇ ਹਿੱਸੇ ਤੋਂ ਸੈਂਟਰਲ ਫਰੰਟ ਜਾਂ ਬੈਕ ਵਾਲੇ ਹਿੱਸੇ ਦੇ ਵਿੱਚ ਗੁਲਾਈ ਦੇ ਸ਼ੇਪ ਦੇ ਨਾਲ ਅਟੈਚ ਕੀਤਾ ਜਾਂਦਾ ਹੈ। ਨੰਬਰ 3 ਤਿਕੋਣ ਜੋਕਸ ਦਾ ਡਿਜ਼ਾਈਨ ਕੱਪੜਿਆਂ ਦੇ ਤਿਕੋਣ ਦੀ ਸ਼ੇਪ ਦੇ ਵਿੱਚ ਜਿਹੜਾ ਉੱਪਰ ਲਗਾਇਆ ਜਾਂਦਾ। ਜੋ ਗਾਊਨ ਜਾਂ ਡਰੈਸ ਹੈ ਕਿਸੇ ਵੀ ਤਰ੍ਹਾਂ ਦੀ, ਉਸ ਦੇ ਸੈਂਟਰ ਦੇ ਵਿੱਚ ਫਰੰਟ ਵੱਲ ਤਿਕੋਣ ਜੋਕ ਬਣਾ ਕੇ ਉਸ ਨੂੰ ਉੱਪਰ ਅਟੈਚ ਕੀਤਾ ਜਾਂਦਾ। ਚੌਰਸ ਤਰੀਕੇ ਦੇ ਨਾਲ ਸਾਡੀ ਪੁਸ਼ਾਕ ਬਣੀ ਵੀ ਹੈ, ਉਸਦੇ ਉੱਪਰ ਚੌਰਸ ਤਰੀਕੇ ਦੇ ਨਾਲ ਕੱਪੜਾ ਕੱਟ ਕੇ ਉਸ ਨੂੰ ਉੱਪਰ ਅਟੈਚ ਕੀਤਾ ਹੋਇਆ ਹੈ। ਇਹ ਜਿਹੜਾ ਜੋਕਸ ਫਰਾਕ, ਡਿਜ਼ਾਈਨਰ ਕਮੀਜ਼ਾਂ, ਨਾਈਟੀਆਂ, ਗਾਊਨ ਉਹਨਾਂ ਦੇ ਲਈ ਜਿਹੜਾ ਜ਼ਿਆਦਾ ਕਰਕੇ ਲਗਾਇਆ ਜਾਂਦਾ ਉਹਨਾਂ ਤੇ। ਯੂ ਸ਼ੇਪ ਨਾਮ ਤੋਂ ਹੀ ਸਮਝਦੇ ਹੋ ਤੁਸੀਂ, ਯੂ ਦੀ ਸ਼ੇਪ ਦੇ ਵਿੱਚ ਕੱਟ ਕੇ ਉੱਪਰ ਜੋ ਲਗਾ ਕੇ ਉਸ ਦੇ ਉੱਤੇ ਡਿਜ਼ਾਈਨ ਕਰਕੇ ਪੁਸ਼ਾਕ ਨੂੰ ਵਧੀਆ ਤਰੀਕੇ ਨਾਲ ਤਿਆਰ ਕੀਤਾ ਜਾਂਦਾ। ਸੈਂਡਲ ਜੋਕਸ ਦੇਖੋ ਪਿਕਚਰ ਦੇ ਵਿੱਚ ਜਿਹੜਾ ਕਿਆ ਹੈ ਪਿਛਲੇ ਪਾਸੇ ਔਰ ਇਕੱਠਾ ਹੀ ਬਣਾਇਆ ਜਾਂਦਾ ਹੈ। ਪਿਛਲਾ ਔਰ ਅਗਲਾ ਪਾਸੇ ਤਿਕੋਣ ਟੇਢਾ ਕਰਕੇ ਇਸ ਨੂੰ ਸੈਂਡਲ ਦੀ ਸ਼ੇਪ ਦੇ ਦਿੱਤੀ ਜਾਂਦੀ ਹੈ। ਨੋਕਦਾਰ ਜੋਕ ਜੋ ਕਮੀਜ਼ਾਂ ਦੇ ਨਾਈਟੀਆਂ ਦੇ ਉੱਪਰ ਸਜਾਵਟੀ ਡਬਲਿਊ ਆਕਾਰ ਦੇ ਵਿੱਚ ਜਿਹੜਾ ਇਹ ਬਣਦਾ ਜੋਕਸ। ਨੋਕਦਾਰ ਇਹਦੇ ਅਲੱਗ-ਅਲੱਗ ਸਾਈਡਾਂ ਤੋਂ ਖੁੰਝੇ ਤੋਂ ਨੋਕਾਂ ਕੱਢੀਆਂ ਹੋਈਆਂ, ਤਿੱਖੀਆਂ ਨੋਕਾਂ, ਇਸ ਨੂੰ ਨੋਕਦਾਰ ਜੋਕਸ ਕਿਹਾ ਜਾਂਦਾ ਹੈ। ਦੇਖੋ ਬੱਚਿਓ, ਜੋਕਸ ਵੈਲਟਸ ਬਾਰੇ ਗੱਲਬਾਤ ਕੀਤੀ ਆਪਾਂ ਤੁਹਾਡੇ ਨਾਲ। ਮੈਨੂੰ ਮਾਣ ਹੈ, ਮੈਨੂੰ ਆਸ ਹੈ ਕਿ ਮੇਰਾ ਇਹ ਟੌਪਿਕ ਤੁਹਾਡੇ ਸਾਰਿਆਂ ਦੇ ਲਈ, ਤੁਹਾਨੂੰ ਸਾਰਿਆਂ ਨੂੰ ਹੀ ਸਮਝ ਲੱਗ ਗਿਆ ਹੋਵੇਗਾ। ਸੋ ਮੈਂ ਆਸ ਕਰਦੀ ਹਾਂ ਤੁਹਾਤੋਂ, ਉਮੀਦ ਕਰਦੀ ਹਾਂ ਤੁਹਾਤੋਂ ਕਿ ਜਿਹੜਾ ਮੇਰਾ ਇਹ ਟੌਪਿਕ ਹੈ ਤੁਹਾਨੂੰ ਦੱਸਿਆ, ਇੱਕ ਵਾਰ ਆਪਾਂ ਦੁਬਾਰੇ ਰੀਡ ਕਰਦੇ ਇਸ ਟੌਪਿਕ ਨੂੰ। ਇਸ ਟੌਪਿਕ ਦੇ ਵਿੱਚ ਆਪਾਂ ਪਾਰਟਸ ਲਏ ਸੀ। ਪਹਿਲੇ ਗਲੇ ਬਾਰੇ ਦੱਸਿਆ, ਗਲੇ ਤੋਂ ਬਾਅਦ ਜਿਹੜਾ ਆਪਾਂ ਹੈ ਕਾਲਰਸ ਬਾਰੇ, ਅਲੱਗ-ਅਲੱਗ ਕਾਲਰਸ ਬਾਰੇ ਗੱਲਬਾਤ ਕੀਤੀ ਤੁਹਾਡੇ ਨਾਲ। ਉਸ ਤੋਂ ਬਾਅਦ ਸਲੀਵਸ ਬਾਰੇ ਗੱਲਬਾਤ ਕੀਤੀ, ਸਲੀਵਸ ਤੋਂ ਬਾਅਦ ਕਫ ਬਾਰੇ ਗੱਲਬਾਤ ਕੀਤੀ ਤੁਹਾਡੇ ਨਾਲ। ਉਸ ਤੋਂ ਬਾਅਦ ਆਪਾਂ ਯੋਕ ਬਾਰੇ ਆ ਗਏ ਸੀ, ਯੋਕ ਕੀ ਹੁੰਦਾ, ਕਿਸ ਤਰ੍ਹਾਂ ਦਾ। ਮੈਨੂੰ ਆਸ ਹੈ, ਮੈਨੂੰ ਉਮੀਦ ਹੈ ਕਿ ਮੇਰਾ ਇਹ ਜਿਹੜਾ ਟੌਪਿਕ ਹੈ ਤੁਹਾਨੂੰ ਸਾਰੇ ਬੱਚਿਆਂ ਨੂੰ ਹਰ ਇੱਕ ਤਰੀਕੇ ਨਾਲ ਸਮਝ ਆ ਗਿਆ ਹੋਵੇਗਾ। ਸੋ ਮੈਂ ਇਸੇ ਆਸ ਨਾਲ ਉਮੀਦ ਕਰਦੀ ਹਾਂ ਕਿ ਜਿਹੜਾ ਮੈਂ ਹੋਰ ਅੱਗੇ ਟੌਪਿਕ ਕੋਈ ਤਿਆਰ ਕਰਾਂ ਅਤੇ ਨਵਾਂ ਟੌਪਿਕ ਜਿਹੜਾ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੀ। ਉਦੋਂ ਤੱਕ ਜਿਹੜਾ ਹੈ ਮੈਂ ਤੁਹਾਤੋਂ ਸਾਰਿਆਂ ਤੋਂ ਇਹੀ ਇਜਾਜ਼ਤ ਮੰਗਦੀ ਹਾਂ, ਮੈਂ ਤੁਹਾਨੂੰ ਸਾਰਿਆਂ ਤੋਂ ਇਜਾਜ਼ਤ ਮੰਗਦੀ ਹਾਂ। ਥੈਂਕ ਯੂ, ਧੰਨਵਾਦ।